हेलो गुड इवनिंग रजी। आज ਅਸੀਂ ਡਿਸਕਸ ਕਰਨ ਜਾ ਰਹੇ ਹਾਂ ਆਪਣਾ ਟਾਸਕ 2 ਦਾ ਐਗਜ਼ਾਮਪਲ ਹੈ। Some people think that government should support the funds for arts, while some other people suggest that money should be used for public health and education. Discuss both views and give your opinion. So ਇਸ ਸਟੇਟਮੈਂਟ ਦੇ ਵਿੱਚ ਕਿਆ ਕਲੀਅਰ ਕੀਤਾ ਗਿਆ ਹੈ ਕਿ ਗਵਰਨਮੈਂਟ ਹੈ ਕਹਿੰਦੇ ਉਹਨੂੰ ਫੰਡ ਦੇਣਾ ਚਾਹੀਦਾ ਹੈ ਆਰਟਸ ਨੂੰ। Art mean artistic work like singing, dancing, any poetry making, sculpture making. Okay, next जो other half of the society है वो की assert कर रही है की यकीन रख रही है कि नहीं जो fund है वो कहते should be use किया जाना चाहिए ਪਬਲਿਕ ਹੈਲਥ ਐਂਡ ਐਜੂਕੇਸ਼ਨ ਸਿਸਟਮ 'ਚ ਕਹਿੰਦੇ ਆਪਣੇ ਕੋਲ ਟਾਈਪ ਹੈ ਜੋ ਐਸੇ ਦੀ ਉਹ ਹੈ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ। ਤੁਸੀਂ ਦੋਨੋਂ ਤਰਫੀ ਗੱਲ ਨੂੰ ਆਪਣੇ BP1 ਐਂਡ BP2 ਦੇ ਵਿੱਚ ਡਿਸਕਸ ਕਰਨਾ ਹੈ ਤੇ ਉਸ ਤੋਂ ਬਾਅਦ ਆਪਣਾ ਜੋ ਓਪੀਨੀਅਨ ਹੈ ਉਹ ਤੁਸੀਂ ਜਿਸ ਸਹਿਮਤ ਹੋ ਜਿਸ ਮੁੱਦੇ ਨਾਲ ਸਹਿਮਤ ਹੋ ਫਸਟ ਵਨ ਫਾਰਮਰ ਵਿਊ ਜਾਂ ਫਿਰ ਲੇਟਰ ਵਨ ਠੀਕ ਹੈ ਸੈਕਿੰਡ ਵਿਊ ਤੁਸੀਂ ਉਸ BP ਦੇ ਵਿੱਚ ਲਿਖ ਸਕਦੇ ਹੋ ਕਿ ਆਈ ਐਡਮਿਟ ਦੈਟ ਕਿ ਮੈਂ ਵੀ ਇਹੀ ਚਾਹੁੰਦਾ ਹਾਂ ਠੀਕ ਹੈ। ਸੋ ਫਸਟ ਕੀ ਦੇਣਾ ਹੁੰਦਾ ਹੈ ਇਸ ਤਰ੍ਹਾਂ ਦੇ ਐਸੇ ਦੇ ਵਿੱਚ ਇੱਕ ਤਾਂ ਤੁਸੀਂ ਵਰਡ ਲਿਮਿਟ 250 ਜਾਂ 250 ਤੋਂ ਅਪਰੋਕਸੀਮੇਟ ਹੋ ਸਕਦੀ ਹੈ 260 ਵੀ ਹੋ ਸਕਦੀ ਹੈ ਬਟ ਉਸ ਤੋਂ ਘੱਟ ਨਹੀਂ ਹੋਣਾ ਚਾਹੀਦੀ। ਤੁਹਾਡਾ ਟਾਸਕ ਰਿਸਪੌਂਸ ਲੈਕਸੀਕਲ ਸਕੋਰ ਕੋਸਿਵ ਠੀਕ ਹੈ ਇਹ ਸਾਰੇ ਰਿਸਪੌਂਸ ਤੁਹਾਡੇ ਪ੍ਰੋਪਰ ਹੋਣੇ ਚਾਹੀਦੇ ਦੈਨ ਹੀ ਤੁਸੀਂ 6.5 to 7 ਤੇ ਰੀਚ ਕਰ ਸਕਦੇ ਹੋ। ਸੋ ਫਸਟ ਆਪਾਂ ਇੰਟਰੋ ਦੇਣੀ ਹੈ ਇੰਟਰੋ ਦੇ ਨਾਲ ਥੀਸਿਸ ਲਾਈਨ ਪਲੱਸ ਆਊਟਲਾਈਨਿੰਗ ਆਫ ਯੋਰ ਟੌਪਿਕ ਆਈਡੀਆਜ਼ ਅਦਰਵਾਈਜ਼ ਜਸਟ ਤੁਸੀਂ ਕੀ ਦੇ ਸਕਦੇ ਹੋ ਆਪਣੀ ਥੀਸਿਸ ਬਟ ਥੀਸਿਸ ਦੇਣਾ ਜ਼ਰੂਰੀ ਹੈ। The importance of the financial resource allocation by government is always being debatable among society ਕਹਿੰਦੇ society ਦੇ ਵਿੱਚ ਯਾਨੀ ਸਮਾਜ ਦੇ ਵਿੱਚ ਹਮੇਸ਼ਾ ਇਹ ਚੀਜ਼ debatable ਰਹੀ ਹੈ ਕਿ ਕਿਸ ਤਰ੍ਹਾਂ ਜੋ ਇਹ ਫੰਡ ਹੈ ਫੰਡ ਦੀ ਜਿਹੜੀ ਐਲੋਕੇਸ਼ਨ ਹੈ ਡਿਸਟ੍ਰੀਬਿਊਸ਼ਨ ਹੈ ਠੀਕ ਹੈ। ਤੁਸੀਂ ਇਹ ਵੀ ਲਿਖ ਸਕਦੇ ਹੋ ਇੱਥੇ ਕਿ ਜਿਹੜੇ ਫੰਡ ਦੀ ਫਾਈਨੈਂਸ਼ੀਅਲ ਜਾਂ ਮੋਨੇਟਰੀ ਵਰਡ ਯੂਜ਼ ਕਰ ਸਕਦੇ ਹੋ ਤੁਸੀਂ ਫਾਈਨੈਂਸ਼ੀਅਲ ਇਨਕਮ ਦੇ ਲਈ ਕਹਿੰਦੇ ਇਸ ਨੂੰ ਡਿਵਾਈਡ ਕਰਨਾ ਜਾਂ ਡਿਸਟ੍ਰੀਬਿਊਟ ਕਰਨਾ ਇਜ਼ ਆਲਵੇਜ਼ ਬੀਇੰਗ controversial topic among the half portion of the society ਠੀਕ ਹੈ ਮਤਲਬ ਸੋਸਾਇਟੀ ਦੇ ਵਿੱਚ ਕੀ ਹਮੇਸ਼ਾ ਇੱਕ controversial topic ਰਿਹਾ ਤੁਸੀਂ ਇਸ ਲਾਈਨ ਨੂੰ ਇਦਾਂ ਵੀ ਮੋਲਡ ਕਰਕੇ ਲਿਖ ਸਕਦੇ ਹੋ। ਉਸ ਦੇ ਵਿੱਚ ਅੱਗੇ ਮੈਂ ਮੈਂਸ਼ਨ ਕਰਤਾ ਸਮ ਸੀ ਤਾਂ ਮੈਂ ਇੱਥੇ ਮੈਨੀ ਵਰਡ ਯੂਜ਼ ਕਰਤਾ ਪੀਪਲ ਸੀ ਤਾਂ ਇੰਡੀਵਿਜੂਅਲ ਥਿੰਕ ਯਾਨੀ ਅਸਰਟ many individual assert that lawmakers should consume money on public health ਮਤਲਬ ਕੁਝ ਤਾਂ ਬੋਲਦੇ ਕਿ public health ਤੇ ਲਗਾਉਣਾ ਚਾਹੀਦਾ ਬਾਕੀ ਜਿਹੜੇ ਹੈਗੇ however ਬਾਕੀ ਦੇ ਜਿਹੜੇ ਲੋਕ ਆ ਉਹ ਰਿਜੈਕਟ ਕਰ ਰਹੇ ਇਸ ਸਟੇਟਮੈਂਟ ਨੂੰ। ਮੇਰੇ ਪੁਆਇੰਟ ਆਫ ਵਿਊ ਦੇ ਵਿੱਚ ਕੀ ਹੈ ਇਨ ਮਾਈ ਓਪੀਨੀਅਨ ਇੱਥੋਂ ਮੇਰੀ ਥੀਸਿਸ ਸਟਾਰਟ ਹੋ ਜਾਣੀ ਹੈ ਇਟ ਇਜ਼ ਨੈਸੈਸਰੀ ਟੂ ਲੁੱਕ ਐਟ ਦੀ ਇਨਹਰੈਂਟ ਡਿਟੇਲ ਔਨ ਬੋਥ ਦੀ ਪਰਸਪੈਕਟਿਵ ਮਤਲਬ ਦੋਨੋਂ ਪਰਸਪੈਕਟਿਵ ਦੇਖਣਾ ਜ਼ਰੂਰੀ ਹੈ ਐਂਡ ਲੀਡ ਤਾਂ ਹੀ ਜੋ ਇੱਕ ਪਰਸਨ ਹੈ ਉਹ ਲੀਡ ਹੋਏਗਾ ਕਿਸ ਵੱਲ ਤਰਫ ਜਾਏਗਾ ਇੱਕ ਲੌਜੀਕਲ ਕਨਕਲੂਜਨ ਵੱਲ ਯਾਨੀ ਇੱਕ ਰੈਸ਼ਨਲ ਕਨਕਲੂਜਨ ਵੱਲ ਸਿੱਟੇ ਵੱਲ ਠੀਕ ਹੈ। ਸੋ ਇੱਥੇ ਆਪਾਂ ਕਲੀਅਰ ਕਰਤਾ ਸਾਡੀ ਟਾਈਪ ਕਿ ਅਸੀਂ ਦੋਨੋਂ ਪਾਸੇ ਦੇਖਣੇ ਆ ਦੂਜਾ ਕੀ ਅਸੀਂ ਉਸਨੂੰ ਕਲੀਅਰ ਕਰਤਾ ਕਿ ਮੇਰੇ ਓਪੀਨੀਅਨ ਦੇ ਵਿੱਚ ਕੀ ਹੈ ਇੰਟਰਵਿਊ ਤੇ ਇੰਨਾ ਕੰਪਲੀਟ ਹੋ ਗਿਆ ਐਗਜ਼ਾਮੀਨਰ ਲਈ ਬਹੁਤ ਹੀ ਇਹ ਚੀਜ਼ ਕੀ ਹੈ ਆਈ ਕੈਚਿੰਗ ਪੁਆਇੰਟ ਰਹੇਗਾ ਕਿ ਤੁਹਾਡਾ ਉੱਪਰ ਤੋਂ ਹੀ ਕਲੀਅਰ ਇੰਟਰੋਡਕਸ਼ਨ 'ਚ ਹੀ ਹੋ ਗਿਆ ਕੋਈ ਚੀਜ਼ ਇਹ ਨਹੀਂ ਹੈ ਕਿ ਤੁਸੀਂ ਅੱਗੇ ਕੁਝ ਹੋਰ ਆਊਟ ਆਫ ਦ ਟਰੈਕ ਚੀਜ਼ ਲਿਖੋਗੇ ਸੇਮ ਚੀਜ਼ ਲਿਖਣ ਜਾ ਰਹੇ ਹੋ ਨੀਚੇ ਕੀ ਲਿਖਣ ਜਾ ਰਹੇ ਹੋ ਉਸ ਦਾ ਆਪਾਂ ਇੱਕ ਤਰ੍ਹਾਂ ਦਾ ਟਾਈਟਲ ਮੈਂਸ਼ਨ ਕਰਤਾ ਕਿ ਕੰਟੈਂਟ ਦੇ ਅੰਦਰ ਹੈ ਕਿਆ ਕਿਆ ਠੀਕ ਹੈ। ਹੋਪ ਸੋ ਕਿ ਇਹ ਵਾਲੀ ਇਨਫੋਰਮੇਸ਼ਨ ਜੋ ਆਪਣੇ ਪੰਜਾਬ ਬੋਰਡ ਤੋਂ ਪੜ੍ਹੇ ਹੋਏ ਬੱਚੇ ਆਫਟਰ 12th ਕੀ ਜਿਨ੍ਹਾਂ ਲਈ ਬੜਾ ਡਿਫਿਕਲਟ ਹੈ ਮੈਂ ਆਲਰੇਡੀ ਟੀਚ ਕਰ ਰਹੀ ਹਾਂ ਇੱਕ ਇੰਸਟੀਟਿਊਟ 'ਚ ਅਬੋਹਰ ਦੇ ਵਿੱਚ ਹੀ ਹੈ ਅਗਰ ਕੋਈ ਇੰਟਰਸਟਿਡ ਹੋਏ ਤਾਂ ਦੈਨ ਉੱਥੋਂ ਵੀ ਮੇਰੇ ਨਾਲ ਕੰਸਲਟ ਕਰ ਸਕਦਾ ਇਹਨਾਂ ਟੌਪਿਕਸ ਦੇ ਉੱਪਰ ਵੀ ਬਹੁਤ ਸਾਰੇ ਬੱਚਿਆਂ ਨੂੰ ਇਹ ਪ੍ਰੋਬਲਮ ਆਉਂਦੀ ਕਿ ਅਸੀਂ ਜਿਹੜਾ ਰਾਈਟਿੰਗ ਟਾਸਕ 2 ਹੈ ਉਹਨੂੰ ਕਰਨਾ ਕਿਸ ਤਰ੍ਹਾਂ ਹੈਂਡਲ ਹੈ। ਸੋ ਪੈਨਿਕ ਹੋਣ ਦੀ ਲੋੜ ਨਹੀਂ ਸਿੰਪਲ ਰੱਖੋ ਜ਼ਿਆਦਾ ਕੋਈ ਹਾਈਫਾਈ ਵੋਕੈਬਲਰੀ ਪਾਉਣ ਦੀ ਲੋੜ ਨਹੀਂ ਬਟ ਜੋ ਤੁਸੀਂ ਲਿਖਿਆ ਉਹ ਟੂ ਦਾ ਪੁਆਇੰਟ ਹੋਣਾ ਚਾਹੀਦਾ ਉਹ ਤੁਹਾਨੂੰ ਤੁਹਾਡਾ ਜੋ ਲਿਖਾਵਟ ਹੈ ਉਹ ਐਗਜ਼ਾਮੀਨਰ ਦੇ ਮਾਈਂਡ 'ਚ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਕੀ ਕਹਿ ਰਹੇ ਹੋ ਇਹ ਨਹੀਂ ਪਹਿਲੇ ਸੈਂਟੈਂਸ 'ਚ ਗੱਲ ਕੁਝ ਹੋਰ ਕਹਿਤੀ ਸੈਕਿੰਡ 'ਚ ਕਿਤੇ ਹੋਰ ਟਰੈਕ ਤੇ ਚਲੇ ਗਏ ਐਗਜ਼ਾਮਪਲ ਕਿਤੇ ਹੋਰ ਦੇਤਾ ਇਫੈਕਟ ਕੁਝ ਹੋਰ ਪਾਈ ਜਾ ਰਹੇ ਹੋ। ਸੋ ਇਦਾਂ ਨਹੀਂ ਕਰਨਾ ਇਹੀ ਥੋੜੇ ਨੈਗੇਟਿਵ ਪੁਆਇੰਟਸ ਬਣਦੇ ਆ। टाइम ਤੁਸੀਂ 2 ਮੰਥ ਲਗਾਓ 3 ਮੰਥ ਲਗਾਓ ਚਾਹੇ 6 ਮੰਥ ਲਗਾਓ ਜਾਂ 1 ਈਅਰ ਲਗਾਓ ਡਿਪੈਂਡ ਇਹ ਕਰਦਾ ਹੈ ਕਿ ਤੁਸੀਂ ਕਿਆ ਚੀਜ਼ ਔਰ ਕਿੰਨੀ ਰੈਲੇਵੈਂਟ ਚੀਜ਼ ਪ੍ਰੋਵਾਈਡ ਕਰ ਰਹੇ ਹੋ ਆਪਣੇ ਟਾਸਕ ਦੇ ਵਿੱਚ। ਟਾਸਕ ਰਿਸਪੌਂਸ ਬਹੁਤ ਇੰਪੋਰਟੈਂਟ ਹੈ ਲਾਈਕ ਇਸ 'ਚ ਮੈਂ ਲਿੰਕਰ ਵਰਡ ਯੂਜ਼ ਕਰਿਆ ਔਨ ਦੀ ਵਨ ਹੈਂਡ ਇੱਕ ਤਰਫਾ ਅਗਰ ਆਪਾਂ ਦੇਖੀਏ ਕਿ ਬਹੁਤ ਸਾਰੇ ਰੀਜ਼ਨ ਹੈ ਬਿਹਾਈਂਡ ਇਸ ਸਟੇਟਮੈਂਟ ਦੇ ਕੁਝ ਲੋਕ ਅਗਰੀ ਹੈ ਕਿ ਆਰਟ ਤੇ ਫੰਡਿੰਗ ਕਰਨੀ ਚਾਹੀਦੀ ਕਿਉਂਕਿ ਆਰਟ ਕੀ ਇੱਕ ਹੀਲਿੰਗ ਥੈਰੇਪੀ ਹੈ ਤੁਹਾਨੂੰ ਪਤਾ ਹੀ ਹੈ ਸਿੰਗਿੰਗ ਪੇਂਟਿੰਗ ਕਈ ਲੋਕ ਯੂਜ਼ ਕਰਦੇ ਇਹਨੂੰ ਐਜ਼ ਅ ਥੈਰੇਪੀ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਲਈ ਟੂ ਬੀ ਪ੍ਰਿਸਾਈਜ਼ ਮਤਲਬ ਛੋਟੇ ਸ਼ਬਦਾਂ 'ਚ ਅਗਰ ਮੈਂ ਕਹਾਂ ਕਿ ਲੋਕਾਂ ਦਾ ਜਿਹੜਾ ਫੇਥ ਹੈ ਆਪਟੀਮਿਜ਼ਮ ਠੀਕ ਹੈ ਦੈਟ ਕੁਡ ਟਰਨ ਟੂ ਟਾਈਡ ਆਫ ਦੀ ਡਾਰਕ ਸਾਈਡ ਆਫ ਹਿਊਮੈਨਿਟੀ ਠੀਕ ਹੈ ਜੋ ਉਹਨਾਂ ਦਾ
ਕਿ ਇਹ ਕਿਸ ਤਰਫ ਟਰਨ ਹੋ ਜਾਂਦਾ ਹੈ। ਡਾਰਕ ਸਾਈਡ ਕਿਹੜੀ ਹੋਗੀ, ਹਿਊਮੈਨਿਟੀ ਯਾਨੀ ਮਾਨਵਤਾ ਦੀ ਜਿਹੜੀ ਅੰਧਕਾਰ ਵਾਲੀ ਸਾਈਡ ਹੈ, ਕਹਿੰਦੇ ਉਸ ਤਰਫ ਟਰਨ ਹੋਇਆ। ਇੰਡੀਵਿਜੂਅਲ ਹੈਵ ਮੋਰ, ਉਹਨਾਂ ਦੇ ਕਿਉਂਕਿ ਸਿਰਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਹੈ, ਠੀਕ ਹੈ। ਇੱਥੇ ਡਿਊ ਟੂ ਹੈ ਰਾਜੇ, ਡਿਊ ਟੂ ਦੇਅਰ ਹੈਕਟਿਕ ਲਾਈਫ ਸਟਾਈਲ, ਠੀਕ ਹੈ, ਕਿਉਂਕਿ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਉਹ ਵੀ ਬੜਾ ਬਿਜ਼ੀ ਹੈਗਾ। ਆਰਟ ਕਿ ਉਹਨਾਂ ਨੇ ਇੱਕ ਤਰ੍ਹਾਂ ਦੀ ਓਪਰਚੁਨਿਟੀ ਪ੍ਰੋਵਾਈਡ ਕਰਦੀ ਕਿ ਉਹ ਆਪਣੇ ਇਹਨਾਂ ਦੁੱਖ ਦਰਦਾਂ ਦੇ ਨਾਲ ਲੜ ਸਕਣ, ਠੀਕ ਹੈ। ਕਿ ਉਸ ਵਾਸਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦੇਤੀ ਕਿ ਜਦੋਂ ਵੀ ਲੋਕ ਮੂਡੀ ਫੀਲ ਕਰਦੇ ਆ ਜਾਂ ਫਿਰ ਬੋਲਦੇ ਆ ਕਿ ਹਾਂ ਇਹ ਪਰਸਨ ਬੜਾ ਹੀ ਮੂਡੀ ਜਾ ਹੈ, ਕਿ ਇਹਦੇ ਮੂਡ ਸਵਿੰਗਸ ਬਹੁਤ ਨੇ, ਮੂਡ ਸਵਿੰਗਸ ਵਰਡ ਯੂਜ਼ ਕਰ ਸਕਦੇ ਹੋ, ਬਹੁਤ ਹੀ ਅੱਛਾ ਵਰਡ ਹੈ। ਦੇ ਮਾਈਟ ਸੀਕ, ਠੀਕ ਹੈ, ਸ਼ਾਇਦ ਤੱਕ ਉਹ ਇੱਕ ਤਰ੍ਹਾਂ ਦਾ ਕਿ ਸ਼ੈਲਟਰ ਭਾਲਦੇ ਆ, ਕਿਹਦੇ ਅੰਡਰ, ਮਿਊਜ਼ਿਕ, ਮਤਲਬ ਇੱਕ ਤਰ੍ਹਾਂ ਦੀ ਛੱਤ ਭਾਲਦੇ ਆ ਕਿ ਉਹ ਆਪਣੇ ਇਹਨਾਂ ਦੁੱਖ ਦਰਦਾਂ ਤੋਂ ਬਚ ਸਕਣ, ਠੀਕ ਹੈ। ਇਹ ਕੋਈ ਡਰਾਇੰਗ ਹੋ ਗਈ, ਈਦਰ ਬਾਈ ਸਿੰਗਿੰਗ, ਪਰਫਾਰਮਿੰਗ ਔਰ ਪੇਂਟਿੰਗ। ਲਾਈਕ ਮੈਂ ਅਗਰ ਮੈਨੂੰ ਬਹੁਤ ਹੀ ਜ਼ਿਆਦਾ ਸਟ੍ਰੈਸ ਫੀਲ ਹੁੰਦਾ ਤਾਂ ਮੈਨੂੰ ਡਾਂਸਿੰਗ ਪਸੰਦ ਹੈ, ਜਾਂ ਫਿਰ ਇੱਕ ਸਿੰਪਲ ਸੂਫੀ ਮਿਊਜ਼ਿਕ ਪਸੰਦ ਹੈ, ਮਤਲਬ ਉਹ ਕੀ ਇੱਕ ਤਰ੍ਹਾਂ ਦੀ ਆਰਟ ਹੈ ਜੋ ਮੇਰੇ ਲਈ ਐਜ਼ ਅ ਹੀਲਿੰਗ ਥੈਰੇਪੀ ਕੰਮ ਕਰ ਰਹੀ ਹੈ। ਇੱਥੋਂ ਤੱਕ ਲਿੰਕਿੰਗ ਹੁੰਦੀ ਹੈ, ਵਿਚ ਮੇ ਹੈਲਪ ਹਿਊਮਨਸ ਐਲੀਵੇਟ, ਐਲੀਵੇਟ ਮਤਲਬ ਖਤਮ ਕਰਨਾ ਜਾਂ ਰਿਡਿਊਸ ਕਰਨਾ ਉਹਨਾਂ ਦੇ ਸਟ੍ਰੈਸ ਨੂੰ। ਦੂਜਾ ਸਟਰਾਈਕਿੰਗ ਫੀਚਰ ਯਾਨੀ ਸੈਕਿੰਡ ਮੇਰਾ ਟੌਪਿਕ ਆਈਡੀਆ ਇੱਥੇ ਕੀ ਹੈ ਕਿ ਜਿਹੜੀ ਆਰਟ ਇੱਕ ਤਰ੍ਹਾਂ ਦੇ ਮੀਡੀਅਮ ਦਾ ਕੰਮ ਕਰ ਰਹੀ ਹੈ, ਥਰੂ ਵਿਚ, ਜਿਹਦੇ ਥਰੂ ਬਹੁਤ ਸਾਰੇ ਲੋਕ ਕੀ ਕਰਦੇ ਆ, ਅਰਨ ਕਰ ਰਹੇ ਆਪਣੀ ਜੀਵਨ ਦੀ ਪੂੰਜੀ ਨੂੰ। ਇਸ ਮੋਸਟ ਕਹਿੰਦੇ ਇੱਕ ਟ੍ਰੈਡੀਸ਼ਨਲ ਆਰਟਿਸਟ ਆ, ਉਹ ਰਿਲਾਏ ਕਿਹਦੇ ਉੱਪਰ ਹੁੰਦਾ, ਆਪਣੀ ਸਕਿੱਲਸ ਦੇ ਉੱਪਰ, ਰੈਦਰ ਦੈਨ ਪਰਫਾਰਮਿੰਗ ਐਨੀ। ਕਿਉਂਕਿ ਦੇਖੋ ਉਹ ਹੁਣ ਅਗਰ ਕੋਈ ਬਰਤਨ ਬਣਾ ਰਿਹਾ, ਘੁਮਿਆਰ ਹੈ, ਤਾਂ ਓਬਵੀਅਸਲੀ ਉਹ ਬਰਤਨ ਬਣਾਉਣ ਦੀ ਸਕਿੱਲ ਦੇ ਉੱਪਰ ਹੀ ਡਿਪੈਂਡ ਕਰੇਗਾ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ। ਫਰਦਰ ਉਹ ਕੋਈ ਹੋਰ ਚੀਜ਼ ਨਹੀਂ ਕਰ ਸਕਦਾ, ਉਹ ਕੋਈ ਗਵਰਨਮੈਂਟ ਜੌਬ ਨਹੀਂ ਕਰ ਸਕਦਾ, ਠੀਕ ਹੈ, ਕੋਈ ਵਾਈਟ ਕਾਲਰ ਜੌਬ ਕਰਕੇ ਨਹੀਂ ਬੈਠ ਸਕਦਾ। ਉਸਦੀ ਜੋ ਪਿੱਛੇ ਤੋਂ ਜਨਰੇਸ਼ਨ ਬਾਏ ਜਨਰੇਸ਼ਨ ਜੋ ਜੌਬ ਚੱਲੀ ਆ ਰਹੀ ਹੈ ਤਾਂ ਉਹ ਉਸੇ ਤੇ ਹੀ ਰਿਲਾਈ ਕਰੇਗਾ। ਇਹਦਾ ਰਿਜ਼ਲਟ ਕੀ ਨਿਕਲਿਆ ਕਿ ਇਹ ਹੈਲਪ ਕਰਦਾ ਕ੍ਰੀਏਟਰਸ ਨੂੰ ਯਾਨੀ ਆਰਟਿਸਟ ਨੂੰ ਕਿ ਬੂਸਟ ਕਰ ਸਕਣ ਆਪਣੀ એનર્ਜੀ ਨੂੰ, ਐਜ਼ ਵੈਲ ਐਜ਼ ਆਡੀਅנס ਦੇ ਜਿਹੜੇ ਮੂਡ ਹੈ, ਠੀਕ ਹੈ, ਉਹਨਾਂ ਨੂੰ ਬੈਟਰ ਕਰ ਸਕੇ। ਤਾਂ ਇਹ ਮੇਰੀ ਲਿੰਕਿੰਗ ਹੋ ਗਈ ਪ੍ਰੋਪਰ 1 ਬੀਪੀ ਡਨ। ਲੋਕਾਂ ਦਾ ਹਾਫ ਵਿਊ ਮੈਂ ਕਰਤਾ। ਹੁਣ ਮੈਂ ਸੈਕਿੰਡ ਤੇ ਆ ਰਹੀ ਹਾਂ। ਡਿਸਪਾਈਟ ਦ ਅਫਰਮੈਂਸ਼ਨ ਪ੍ਰਪੋਜੀਸ਼ਨ, ਮਤਲਬ ਜੋ ਮੈਂ ਉੱਪਰ ਮੈਂਸ਼ਨ ਕੀਤਾ, ਆਈ ਐਡਮਿਟ ਦੈਟ later perspective of the other half of the society that authorities must pay attention on the health and education sector along with the artistic work। ਵੀ ਆਰਟਿਸਟਿਕ ਵਰਕ ਦੇ ਨਾਲ ਨਾਲ ਉਹਨਾਂ ਨੂੰ ਹੈਲਥ ਸੈਕਟਰ ਤੇ ਵੀ ਧਿਆਨ ਦੇਣਾ ਚਾਹੀਦਾ ਤੇ ਐਜੂਕੇਸ਼ਨ, ਦੋ ਚੀਜ਼ਾਂ ਅੱਗੇ, ਇੱਕ ਹੈਲਥ ਤੇ ਦੂਜਾ ਐਜੂਕੇਸ਼ਨ। ਸ਼ਬਦਾਂ 'ਚ ਅਗਰ ਮੈਂ ਗੱਲ ਕਹਾਂ ਕਿ ਪਬਲਿਕ ਵੈਲਫੇਅਰ ਪ੍ਰੋਵਾਈਡ ਕਰਦਾ ਪਬਲਿਕ ਨੂੰ ਬੇਸਿਕ ਲਿਵਿੰਗ ਜਿਹੜੀ ਉਹਨਾਂ ਦੀ ਨੀਡਸ ਹੈ ਉਹਨਾਂ ਨੂੰ ਪੂਰਾ ਕਰਨਾ। ਦੇਅਰਫੋਰ ਮੋਰ ਗਵਰਨਮੈਂਟ ਅਗਰ ਫੋਕਸ ਕਰੇ ਪਬਲਿਕ ਵੈਲਫੇਅਰ ਤੇ, ਕਹਿੰਦੇ ਜਲਦੀ ਕੀ ਕਰ ਸਕਦੀ ਹੈ, ਇੱਕ ਤਰ੍ਹਾਂ ਦੀ ਸਿਟੀਜ਼ਨ ਦੀ ਗਰੋਥ ਕਰ ਸਕਦੀ ਹੈ, ਉਹਨਾਂ ਦੇ ਲਾਈਫ ਸਟਾਈਲ ਅੱਛਾ ਕਰ ਸਕਦੀ ਹੈ। ਇਸ ਦੀ ਐਗਜ਼ਾਮਪਲ ਦੇਖੋ, ਫੋਰ ਇੰਸਟਾਂਸ ਲਾਅ ਮੇਕਰ ਸ਼ੁੱਡ ਐਲੋਕੇਟ ਸਮ ਬਜਟ, ਕੁਛ ਨਾ ਕੁਛ, ਕਹਿੰਦੇ ਲਾਅ ਮੇਕਰ ਮਤਲਬ ਅਥਾਰਟੀ ਲਈ ਸਿਨੋਨੀਅਮ ਵਰਡ ਹੈ ਗਵਰਨਮੈਂਟ ਦੇ ਲਈ। ਕਹਿੰਦੇ ਕੁਛ ਬਜਟ ਰੱਖਣਾ ਚਾਹੀਦਾ ਜਿਹੜੇ ਕਿ ਇੰਸਟੀਟਿਊਸ਼ਨਲ ਸੈਕਟਰਸ, ਐਜੂਕੇਸ਼ਨ ਸੈਕਟਰਸ ਵੱਲ ਜਾਵੇ, ਪਰ ਲਾਈਕ ਪਬਲਿਕ ਟਰਾਂਸਪੋਰਟੇਸ਼ਨ, ਪਬਲਿਕ ਫੈਸਿਲਿਟੀਜ਼। ਵਟ ਇਜ਼ ਮੋਰ, ਇਸ ਤੋਂ ਬਾਅਦ ਹੋਰ ਕੀ, ਇਨ ਦਿਸ ਆਰਡਰ ਕਹਿੰਦੇ ਗਵਰਨਮੈਂਟ ਪ੍ਰਮੋਟ ਕਰ ਸਕਦੀ ਹੈ ਮਟੀਰੀਅਲਿਸਟਿਕ ਕਲਚਰ ਨੂੰ। ਮਟੀਰੀਅਲਿਸਟਿਕ ਕਲਚਰ ਜਿਸ 'ਚ ਕਿ ਪੂੰਜੀਵਾਦੀ, ਪੈਸਾ ਲਗਾਇਆ ਜਾਂਦਾ, ਇਨਕਮ ਇੰਡਲਜ ਹੁੰਦੀ ਹੈ, ਕਹਿੰਦੇ ਇਸ ਤਰ੍ਹਾਂ ਕਿ ਉਹ ਬਹੁਤ ਹੀ ਅੱਛਾ ਕਰ ਸਕਦੀ ਹੈ, ਇੱਕ ਗਰੋਸ ਆਊਟਕਮ ਆ ਸਕਦੀ ਹੈ ਨੇਸ਼ਨਸ ਦੀ। ਹੈਂਸ ਯਾਨੀ ਰਿਜ਼ਲਟ ਦੇ ਲਈ ਮੈਂ ਇੱਥੇ ਯੂਜ਼ ਕਰਿਆ ਹੈਂਸ, ਇਹ ਲੀਡ ਕਰ ਸਕਦੀ ਹੈ ਇੱਕ ਬਹੁਤ ਹੀ ਅੱਛਾ ਇੰਪੈਕਟ, ਪ੍ਰਭਾਵ ਕਮਿਊਨਿਟੀ ਦੇ ਉੱਪਰ। ਕਮਿਊਨਿਟੀ ਮਤਲਬ ਸੁਸਾਇਟੀ ਦੇ ਲਈ ਵਰਡ ਯੂਜ਼ ਕਰਤਾ। ਟੂ ਰੀਕੈਪਚੁਲੇਟ ਯਾਨੀ ਮੈਂ ਕਨਕਲੂਜਨ ਦੇ ਲਈ, ਸਿੱਟੇ ਦੇ ਲਈ ਗੱਲ ਕਰੀਏ ਕਿ ਜਿਹੜੀ ਅਥਾਰਟੀਜ਼ ਹੈ ਮਾਈਟ ਨੀਡ ਟੂ ਸਪੈਂਡ ਮਨੀ ਔਨ ਦੇ ਆਰਟ ਇੰਡਸਟਰੀ, ਇੱਥੇ ਕਰ ਸਕਦੀਆਂ। ਆਈ ਸਟਿਲ ਬਿਲੀਵ ਇਨਵੈਸਟਿੰਗ ਮਨੀ ਇਨ ਅਦਰ ਏਰੀਆ ਸ਼ੁੱਡ ਬੀ ਦ ਮੇਨ ਫੋਕਸ। ਦੂਜੇ ਏਰੀਆ ਤੇ ਵੀ ਮੈਂ ਮਤਲਬ ਇਹ ਬਿਲੀਵ ਕਰਦਾ ਕਿ ਦੂਜੇ ਏਰੀਆ ਤੇ ਵੀ ਅਗਰ ਮਨੀ ਸਪੈਂਡ ਕਰੀ ਜਾਵੇ ਤਾਂ ਉਹਦੇ ਨਾਲ ਕਿ ਬਹੁਤ ਹੀ ਅੱਛਾ ਰਿਜ਼ਲਟ ਲਿਆ ਜਾ ਸਕਦਾ ਹੈ, ਠੀਕ ਹੈ। ਆਈ ਹੋਪ ਕਿ ਤੁਹਾਨੂੰ ਇਹ ਵਾਲਾ ਜੋ ਐਸੇ ਪ੍ਰੋਪਰਲੀ ਕਲੀਅਰ ਹੋ ਗਿਆ ਹੋਵੇ, ਔਰ ਕਿਸ ਤਰ੍ਹਾਂ ਆਪਾਂ ਡਿਸਕਸ ਬੋਥ ਵਿਊ ਨੂੰ ਲਿਖਣਾ ਹੈ, ਇਹ ਉਸ ਦਾ ਸੈਂਪਲ। ਅਗਰ ਤੁਸੀਂ ਇਸ ਤਰੀਕੇ ਨਾਲ ਲਿਖਦੇ ਹੋ, ਆਈ ਡੋਂਟ ਥਿੰਕ ਸੋ ਕਿ ਤੁਹਾਨੂੰ 6 ਤੋਂ ਨੀਚੇ ਵੀ ਕੋਈ ਸਕੋਰ ਜਾ ਸਕਦਾ। ਆਈ ਥਿੰਕ 7.5 ਤੱਕ ਤੁਹਾਡਾ ਸਕੋਰ ਜਾ ਸਕਦਾ, ਕਿਉਂਕਿ ਇਸ 'ਚ ਹਰ ਚੀਜ਼ ਦਾ ਧਿਆਨ ਰੱਖਿਆ ਗਿਆ, ਠੀਕ ਹੈ। ਇਨ ਕੇਸ ਅਗਰ ਤੁਹਾਨੂੰ ਕੋਈ ਡਾਊਟ ਲੱਗ ਰਿਹਾ, ਤੁਹਾਡੀ ਕੋਈ ਇਨਕੁਆਇਰੀ ਇਹਦੇ ਰਿਗਾਰਡਿੰਗ, ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਮੈਂਸ਼ਨ ਕਰ ਸਕਦੇ ਹੋ। ਔਰ ਅਗਰ ਕੋਈ ਫ੍ਰੀ ਕਲਾਸਿਸ ਇਸ ਰਿਗਾਰਡਿੰਗ ਲੈਣਾ ਚਾਹੁੰਦਾ, ਟਾਸਕ 2 ਦੇ ਰਿਗਾਰਡਿੰਗ, ਤਾਂ ਮੈਂ ਉਸਨੂੰ ਉਹ ਵੀ YouTube ਤੇ ਅਵੇਲੇਬਲ ਕਰਵਾ ਸਕਦੀ ਹਾਂ। ਥੈਂਕ ਯੂ।